ਮੈਂ ਇੱਕ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਜਿੱਥੇ ਕੁੜੀਆਂ ਡਾਕਟਰ ਬਣਨ ਦਾ ਸੁਪਨਾ ਲੈਂਦੀਆਂ ਹਨ, ਪਰ ਉਹਨਾਂ ਦੇ ਸੁਪਨੇ ਇੰਨੀ ਆਸਾਨੀ ਨਾਲ ਪੂਰੇ ਨਹੀਂ ਹੁੰਦੇ। ਮੈਂ ਡਾਕਟਰ ਬਣ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ। ਮੈਂ ਬਹੁਤ ਹੀ ਇੱਜ਼ਤਦਾਰ ਪਰਿਵਾਰ ਦੀ ਧੀ ਹਾਂ। ਮੇਰੇ ਪਰਿਵਾਰ ਵਿੱਚ ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ। ਜੇ ਕੋਈ ਗਰੀਬ ਹੁੰਦਾ ਤਾਂ ਸਾਰੇ ਰਿਸ਼ਤੇਦਾਰ ਉਹਨਾਂ ਦੀ ਮਦਦ ਕਰਦੇ, ਪਰ ਕੋਈ ਇਹ ਬਰਦਾਸ਼ਤ ਨਹੀਂ ਕਰਦਾ ਸੀ ਕਿ ਕੋਈ ਵੀ ਕੁੜੀ ਪੈਸੇ ਕਮਾਉਣ ਲਈ ਬਾਹਰ ਜਾਵੇ। ਪਰ ਇਹ ਅਜੀਬੋ-ਗਰੀਬ ਰੀਤੀ ਰਿਵਾਜ ਨੂੰ ਤੋੜਨ ਵਾਲੇ ਇਕੱਲੇ ਵਿਅਕਤੀ ਮੇਰੇ ਪਿਤਾ ਜੀ ਸਨ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ। ਮੇਰੇ ਮਾਮਾ ਜੀ ਇੱਕ ਵੱਡੇ ਵਪਾਰੀ ਸਨ ਅਤੇ ਮੇਰੇ ਪਿਤਾ ਜੀ ਵੀ ਸ਼ਹਿਰ ਵਿੱਚ ਵਪਾਰ ਕਰਨ ਲਈ ਆਏ ਸਨ, ਜੋ ਆਪਣੀ ਪਸੰਦ ਦੇ ਵਿਆਹ ਤੋਂ ਬਾਅਦ ਸ਼ਹਿਰ ਵਿੱਚ ਹੀ ਸ਼ਿਫਟ ਹੋ ਗਏ ਸਨ। ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਮਾਂ ਦੀ ਮੌਤ ਹੋ ਗਈ। ਮੇਰੇ ਪਿਤਾ ਜੀ ਅਤੇ ਮੇਰੇ ਮਾਮਾ ਜੀ ਵਪਾਰ ਵਿੱਚ ਹਿੱਸੇਦਾਰ ਸਨ ਅਤੇ ਬਹੁਤ ਚੰਗੇ ਦੋਸਤ ਵੀ ਸਨ। ਮਾਮਾ ਜੀ ਦੀ ਮੌਤ ਤੋਂ ਬਾਅਦ ਮੇਰੇ ਪਿਤਾ ਜੀ ਬਹੁਤ ਟੁੱਟ ਗਏ ਸਨ। ਉਹਨਾਂ ਨੂੰ ਆਪਣੇ ਆਪ ਦਾ ਵੀ ਹੋਸ਼ ਨਹੀਂ ਸੀ। ਪਿਤਾ ਜੀ ਨੇ ਕਦੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਪਾਲਿਆ ਇਸ ਤੰਗ ਮਾਹੌਲ ਵਿੱਚ, ਜਿੱਥੇ ਸਾਹ ਲੈਣ ਵੇਲੇ ਵੀ ਦਮ ਘੁੱਟਦਾ ਮਹਿਸੂਸ ਹੁੰਦਾ ਸੀ। ਮੇਰੀ ਇੱਕ ਭੂਆ ਜੋ ਅਬਨੋਰਮਲ ਸੀ, ਇਸ ਕਰਕੇ ਉਸ ਨੂੰ ਕਦੇ ਵੀ ਕਮਰੇ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ। ਜਦੋਂ ਮੈਂ ਵੱਡੀ ਹੋਈ ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਤਰਸ ਆਇਆ ਅਤੇ ਬਹੁਤ ਹਮਦਰਦੀ ਵੀ ਸੀ। ਭੂਆ ਨੂੰ ਹਰ ਕੋਈ ਪਾਗਲ ਆਖਦਾ ਸੀ, ਪਰ ਭੂਆ ਮੇਰੇ ਨਾਲ ਬਹੁਤ ਖੁਸ਼ ਰਹਿੰਦੀ ਸੀ ਅਤੇ ਬਹੁਤ ਗੱਲਾਂ ਕਰਦੀਆਂ ਸੀ। ਮੇਰੇ ਪਿਤਾ ਜੀ ਮਹੀਨੇ ਵਿੱਚ ਇੱਕ ਵਾਰ ਮੈਨੂੰ ਆਪਣੇ ਨਾਲ ਸ਼ਹਿਰ ਲੈ ਜਾਂਦੇ ਸਨ। ਮੇਰੇ ਪਿਤਾ ਜੀ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇਹ ਤੁਹਾਡੇ ਲਈ ਹੈਰਾਨੀ ਦੀ ਗੱਲ ਹੋ ਸਕਦੀ ਹੈ, ਪਰ ਮੇਰੀ ਦੂਜੀ ਮਾਂ ਬਹੁਤ ਚੰਗੀ ਸੀ। ਸ਼ਾਇਦ ਇੰਨੀ ਚੰਗੀ ਸੀ ਕਿ ਮੇਰੀ ਮਾਂ ਵੀ ਇੰਨੀ ਚੰਗੀ ਨਹੀਂ ਸੀ ਅਤੇ ਉਸ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਪੈਲ ਨੂੰ ਆਪਣੇ ਕੋਲੋਂ ਰੱਖ ਲੈਂਦੇ ਹਾਂ। ਉਸ ਸਮੇਂ ਮੇਰੀ ਉਮਰ 14 ਸਾਲ ਸੀ। ਮੇਰੇ ਪਰਿਵਾਰ ਦੇ ਲੋਕ ਮੇਰਾ ਵਿਆਹ ਕਰਵਾਉਣ ਦੀ ਗੱਲ ਕਰ ਰਹੇ ਸਨ, ਪਰ ਮੇਰੇ ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਇੰਨੀ ਛੋਟੀ ਉਮਰ ਵਿੱਚ ਮੇਰਾ ਵਿਆਹ ਹੋ ਜਾਵੇ। ਮੇਰੇ ਪਿਤਾ ਜੀ ਮੈਨੂੰ ਆਪਣੇ ਨਾਲ ਸ਼ਹਿਰ ਲੈ ਆਏ। ਜਦੋਂ ਮੈਂ ਸ਼ਹਿਰ ਆਈ ਤਾਂ ਮੇਰਾ ਇੱਕ ਹੀ ਸੁਪਨਾ ਸੀ, ਪਾਗਲ ਲੋਕਾਂ ਦਾ ਇਲਾਜ ਕਰਨਾ। ਅਬਨੋਰਮਲ ਅਤੇ ਪਾਗਲ ਲੋਕਾਂ ਦਾ ਇਲਾਜ ਕਰਨਾ ਚਾਹੁੰਦੀ ਸੀ। ਜਦੋਂ ਮੇਰੇ ਪਰਿਵਾਰਕ ਮੈਂਬਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਤਬਾਹੀ ਮੱਚ ਗਈ। ਮੇਰੀ ਦਾਦੀ ਬਹੁਤ ਗੁੱਸੇ ਹੋ ਗਈ ਅਤੇ ਮੇਰੇ ਤਾਇਆ ਜੀ ਨੇ ਤਾਂ ਰਿਸ਼ਤੇਦਾਰੀ ਖਤਮ ਕਰਨ ਦਾ ਇਰਾਦਾ ਕਰ ਲਿਆ ਸੀ, ਪਰ ਮੇਰੇ ਪਿਤਾ ਜੀ ਦ੍ਰਿੜ ਸਨ ਕਿ ਉਹ ਮੇਰੇ ਪਰਿਵਾਰ ਵਾਲਿਆਂ ਦੀ ਸਲਾਹ ਨਹੀਂ ਮੰਨਣਗੇ। ਮੇਰੇ ਪਿਤਾ ਜੀ ਮੇਰੇ ਸਾਰੇ ਸੁਪਨੇ ਪੂਰੇ ਕਰਨਾ ਚਾਹੁੰਦੇ ਸਨ। ਉਹਨਾਂ ਨੇ ਮੈਨੂੰ ਆਜ਼ਾਦੀ ਦਿੱਤੀ ਅਤੇ ਮੈਨੂੰ ਕਿਹਾ ਕਿ ਤੁਸੀਂ ਜੋ ਚਾਹੁੰਦੇ ਹੋ ਕਰ ਲਓ। ਇਸ ਤਰ੍ਹਾਂ ਮੇਰੇ 6 ਸਾਲ ਬਹੁਤ ਮੁਸ਼ਕਲ ਨਾਲ ਬੀਤੇ। ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਬਹੁਤ ਪੜ੍ਹਨਾ ਚਾਹੁੰਦੀ ਸੀ ਅਤੇ ਡਾਕਟਰ ਬਣਨਾ ਚਾਹੁੰਦੀ ਸੀ। ਇਸੇ ਕਰਕੇ ਮੇਰੇ ਪਰਿਵਾਰ ਵਾਲੇ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ ਸਨ, ਨਾ ਹੀ ਕਿਸੇ ਨੂੰ ਮੇਰੀ ਪਰਵਾਹ ਸੀ। ਪਰ ਫਿਰ ਵੀ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋਣਾ ਚਾਹੁੰਦੀ ਸੀ। ਮੈਂ ਯਤਨ ਕਰਦੀ ਰਹੀ ਅਤੇ ਅੱਜ ਮੈਂ ਆਪਣੇ ਮੰਜ਼ਿਲ 'ਤੇ ਪਹੁੰਚ ਗਈ। ਮੇਰੀ ਉਮਰ 28 ਸਾਲ ਹੈ ਅਤੇ ਹੁਣ ਮੈਂ ਡਾਕਟਰ ਬਣ ਗਈ ਹਾਂ। ਮੈਂ ਆਪਣੇ ਪੇਸ਼ੇ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਹੈ। ਇਹ ਪਾਗਲ ਲੋਕ ਮੈਨੂੰ ਮਾੜੇ ਨਹੀਂ ਲੱਗਦੇ ਸਨ। ਮੈਂ ਉਹਨਾਂ ਨੂੰ ਆਪਣੀ ਸਮਝਦਾਰੀ ਦੀ ਕੁਝ ਪਾਗਲ ਮਰੀਜ਼ ਮੇਰੇ ਇਲਾਜ ਨਾਲ ਤੰਦਰੁਸਤ ਹੋ ਗਏ ਸਨ। ਮੈਂ ਆਪਣੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਉਰਗ ਦੇ ਹਸਪਤਾਲ 'ਚ ਕੁੜੀਆਂ ਦੀਆਂ ਬੱਚੇਦਾਨੀਆਂ ਨਾਲ ਕੀ ਖੇਡ ਖੇਡੀ ਜਾ ਰਹੀ ਸੀ। ਇਹ ਰਾਜ਼ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਆਖਿਰ ਇਹਨਾਂ ਕੁੜੀਆਂ ਦੀ ਬੱਚੇਦਾਨੀ ਕਿਸ ਲਈ ਵਰਤੀ ਜਾਂਦੀ ਸੀ? ਮੁੰਬਈ ਤੋਂ ਆਗਰਾ ਤੱਕ ਦਾ ਸਫ਼ਰ ਆਸਾਨ ਨਹੀਂ ਸੀ। ਮੈਂ ਕਦੇ ਵੀ ਇੱਥੇ ਆਉਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਬਦਲੀ ਕਰ ਦਿੱਤੀ ਗਈ ਅਤੇ ਮੇਰੇ 'ਤੇ ਕਈ ਦੋਸ਼ ਲਗਾਏ ਜਾਣ 'ਤੇ ਮੇਰੀ ਯੋਗਤਾ 'ਤੇ ਕਈ ਝੂਠੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਮੈਨੂੰ 2 ਵਿਕਲਪ ਦਿੱਤੇ ਸਨ। ਮੈਨੂੰ ਹਸਪਤਾਲ ਦੇ ਡਾਕਟਰ ਨੂੰ ਫੜਨ ਲਈ ਕਿਹਾ ਗਿਆ। ਡਾਕਟਰ ਪੈਲ, ਤੁਹਾਡੇ ਕੋਲ ਸਿਰਫ 2 ਵਿਕਲਪ ਹਨ। ਪਹਿਲਾ ਇਹ ਕਿ ਅਸੀਂ ਤੁਹਾਡਾ ਲਾਇਸੈਂਸ ਰੱਦ ਕਰ ਦਿਆਂਗੇ ਅਤੇ ਤੁਹਾਡਾ ਕੇਸ ਮੀਡੀਆ 'ਤੇ ਪਾ ਦੇਵਾਂਗੇ, ਜਿਸ ਕਾਰਨ ਤੁਹਾਡਾ ਕਰੀਅਰ ਖਤਮ ਹੋ ਜਾਵੇਗਾ ਅਤੇ ਤੁਹਾਨੂੰ ਇੱਥੇ ਮੁੰਬਈ ਦੇ ਕਿਸੇ ਹੋਰ ਹਸਪਤਾਲ ਵਿੱਚ ਨੌਕਰੀ ਨਹੀਂ ਮਿਲੇਗੀ। ਦੂਜਾ ਵਿਕਲਪ ਤੁਹਾਨੂੰ ਟ੍ਰਾਂਸਫਰ ਕਰਨਾ ਹੈ। ਇਸ ਨਾਲ ਤੁਹਾਡੀ ਇੱਜ਼ਤ ਵੀ ਬਚੇਗੀ ਅਤੇ ਸਾਡੇ ਹਸਪਤਾਲ ਦਾ ਨਾਂ ਵੀ ਖਰਾਬ ਨਹੀਂ ਹੋਵੇਗਾ। ਮੇਰੇ 'ਤੇ ਲਗਾਏ ਗਏ ਝੂਠੇ ਇਲਜ਼ਾਮਾਂ ਨੂੰ ਸੁਣ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਇਸ ਲਈ ਮੈਂ ਤਬਾਦਲੇ ਦਾ ਵਿਕਲਪ ਚੁਣਿਆ, ਕਿਉਂਕਿ ਮੇਰੀ ਬੇਗੁਨਾਹੀ ਨੂੰ ਸਾਬਤ ਕਰਨ ਲਈ ਮੇਰੇ ਵਿਰੁੱਧ ਕੋਈ ਸਬੂਤ ਨਹੀਂ ਸੀ। ਮੈਨੂੰ ਆਗਰਾ ਦੇ ਹਸਪਤਾਲ ਵਿੱਚ ਆਉਣ ਲਈ ਮਜਬੂਰ ਹੋਣਾ ਪਿਆ। ਇੱਥੋਂ ਆਉਣ ਤੋਂ ਪਹਿਲਾਂ ਵੀ ਮੈਂ ਇਸ ਥਾਂ ਬਾਰੇ ਕਈ ਕਹਾਣੀਆਂ ਸੁਣੀਆਂ ਸਨ। ਡਾਕਟਰ ਇੱਥੇ ਆਉਣ ਨਾਲੋਂ ਆਪਣੀ ਨੌਕਰੀ ਛੱਡਣਾ ਬਿਹਤਰ ਸਮਝਦੇ ਸੀ, ਕਿਉਂਕਿ ਇੱਥੇ ਮਾਹੌਲ ਬਹੁਤ ਖਰਾਬ ਸੀ ਅਤੇ ਦੂਜੀ ਗੱਲ
ਇਹ ਸੀ ਕਿ ਇੱਥੇ ਸਭ ਤੋਂ ਖਤਰਨਾਕ ਪਾਗਲ ਰੱਖੇ ਹੋਏ ਸਨ। ਪਹਿਲਾਂ ਮੈਂ ਜਿਹੜੇ ਮਾਨਸਿਕ ਹਸਪਤਾਲ ਵਿੱਚ ਕੰਮ ਕਰਦੇ ਸੀ ਉੱਥੇ ਉਹੀ ਮਰੀਜ਼ ਆਉਂਦੇ ਸਨ ਉਹਨਾਂ ਜਿਨ੍ਹਾਂ ਦਾ ਇਲਾਜ ਸੰਭਵ ਸੀ, ਪਰ ਆਗਰਾ ਦੇ ਹਸਪਤਾਲ ਵਿੱਚ ਸੁਣਿਆ ਸੀ ਕਿ ਇੱਥੇ ਇਲਾਜ ਮਰੀਜ਼ ਰੱਖੇ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ। ਉੱਥੋਂ ਦੀ ਕਹਾਣੀ ਮੇਰੇ ਉੱਥੇ ਜਾਣ ਤੋਂ ਪਹਿਲਾਂ ਹੀ ਮੇਰੇ ਤੱਕ ਪਹੁੰਚ ਗਈ ਸੀ। ਜਿਸ ਨੇ ਵੀ ਇਸ ਹਸਪਤਾਲ ਬਾਰੇ ਸੁਣਿਆ ਉਸ ਨੇ ਮੈਨੂੰ ਉੱਥੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਮੈਨੂੰ ਬਹੁਤ ਵਰਜਿਆ ਪਰ ਮੈਂ ਵੀ ਬੇਵੱਸ ਸੀ। ਜੇਕਰ ਮੈਂ ਉੱਥੇ ਨਾ ਜਾਂਦੀ ਤਾਂ ਸਾਰਿਆਂ ਦੇ ਸਾਹਮਣੇ ਮੇਰਾ ਅਪਮਾਨ ਹੁੰਦਾ ਅਤੇ ਮੇਰੇ 'ਤੇ ਲਗਾਏ ਝੂਠੇ ਇਲਜ਼ਾਮਾਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ। ਫਿਰ ਮੈਂ ਬੇਕਸੂਰ ਹੋਣ ਦੇ ਬਾਵਜੂਦ ਦੋਸ਼ੀ ਸਾਬਤ ਹੋ ਜਾਂਦੀ। ਚੰਗਾ ਹੁੰਦਾ ਜੇਕਰ ਮੈਨੂੰ ਆਗਰਾ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਜਾਂਦਾ। ਇਸ ਲਈ ਮੈਂ ਆਗਰਾ ਆਉਣ ਲਈ ਰਾਜ਼ੀ ਹੋ ਗਈ। ਸ਼ਾਮ ਤੱਕ ਮੈਂ ਹਸਪਤਾਲ ਪਹੁੰਚ ਗਈ ਸੀ। ਸ਼ਾਮ ਦੇ ਕਰੀਬ 5 ਵਜੇ ਦਾ ਸਮਾਂ ਸੀ। ਮੈਂ ਇੱਥੇ ਪਹੁੰਚਦਿਆਂ ਹੀ ਮਾਹੌਲ ਦੇਖ ਲਿਆ ਸੀ। ਜਦੋਂ ਮੈਂ ਉੱਥੇ ਦਾਖਲ ਹੋਈ ਤਾਂ ਇੱਕ ਕੈਦੀ ਲੜਕੀ ਨੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸੇ ਪਲ ਸਮਝ ਗਈ ਕਿ ਇੱਥੇ ਮੇਰੇ ਲਈ ਬਹੁਤ ਔਖਾ ਸਮਾਂ ਆਉਣ ਵਾਲਾ ਹੈ। ਮੈਂ ਜਾਂਦੇ ਸਾਰ ਹੀ ਆਪਣਾ ਚਾਰਜ ਸੰਭਾਲ ਲਿਆ। ਮੈਂ ਚਾਹੁੰਦੀ ਤਾਂ 2-3 ਦਿਨ ਬਾਅਦ ਵੀ ਭਰਤੀ ਹੋ ਸਕਦੀ ਸੀ, ਪਰ ਮੈਂ ਸੋਚਿਆ ਕਿ ਕੰਮ ਤਾਂ ਕਰਨਾ ਹੀ ਪਵੇਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ। ਇਸ ਲਈ ਅੱਜ ਤੋਂ ਆਪਣੀ ਡਿਊਟੀ ਜੁਆਇਨ ਕਰ ਲਈ ਤਾਂ ਚੰਗਾ ਹੋਵੇਗਾ। ਪਾਗਲਖਾਨਾ ਨੇੜੇ ਮੈਡੀਕਲ ਸਟਾਫ ਲਈ ਹੋਸਟਲ ਬਣਾਇਆ ਗਿਆ ਸੀ। ਉੱਥੇ ਮੁੰਬਈ ਤੋਂ ਕੋਈ ਨਹੀਂ ਸੀ। ਲੋਕ ਬਹੁਤ ਹੈਰਾਨ ਸਨ ਕਿ ਮੈਂ ਮੁੰਬਈ ਦਾ ਇੰਨਾ ਵੱਡਾ ਸ਼ਹਿਰ ਛੱਡ ਕੇ ਇੱਥੇ ਆਈ ਹਾਂ। ਮੈਨੂੰ ਕਿਸੇ ਨਾਲ ਦੋਸਤੀ ਕਰਨੀ ਬਹੁਤੀ ਪਸੰਦ ਨਹੀਂ ਸੀ। ਮੈਂ ਆਪਣੇ ਕੰਮ ਬਾਰੇ ਸੋਚ ਰਹੀ ਸੀ। ਮੇਰਾ ਕੰਮ ਪਾਗਲ ਔਰਤਾਂ ਦਾ ਇਲਾਜ ਕਰਨਾ ਸੀ। ਉੱਥੇ ਵੱਖ-ਵੱਖ ਤਰ੍ਹਾਂ ਦੇ ਪਾਗਲ ਲੋਕ ਰੱਖੇ ਹੋਏ ਸਨ। ਸਭ ਤੋਂ ਖਤਰਨਾਕ ਮਹਿਲਾ ਕੈਦੀਆਂ ਨੂੰ ਜੰਜੀਰਾਂ ਨਾਲ ਬੰਨ੍ਹਿਆ ਜਾਂਦਾ ਸੀ ਤਾਂ ਜੋ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕਣ। ਮੇਰਾ ਫਰਜ਼ ਹੁਣ ਮਾਨਸਿਕ ਰੋਗੀ ਔਰਤਾਂ ਦਾ ਇਲਾਜ ਕਰਨਾ ਸੀ ਜੋ ਬਹੁਤ ਖਤਰਨਾਕ ਪਾਗਲ ਔਰਤਾਂ ਸਨ, ਜਿਨ੍ਹਾਂ ਦੇ ਇਲਾਜ ਲਈ ਮਰਦ ਡਾਕਟਰਾਂ ਦੀ ਟੀਮ ਵੀ ਸੀ। ਮੇਲ ਡਾਕਟਰ ਤੋਂ ਇਲਾਵਾ ਉੱਥੇ ਕੋਈ ਉੱਥੇ ਨਹੀਂ ਗਿਆ। ਮੈਂ ਆਪਣੇ ਮਰੀਜ਼ਾਂ ਦਾ ਇਲਾਜ ਬੜੀ ਲਗਨ ਅਤੇ ਮਿਹਨਤ ਨਾਲ ਕਰ ਰਹੀ ਸੀ। ਮੈਂ ਇੱਕ ਮਰੀਜ਼ ਕੁੜੀ ਦੀ ਬਹੁਤ ਚੰਗੀ ਦੋਸਤ ਬਣ ਗਈ ਸੀ। ਮੇਰੇ ਇਲਾਜ ਅਤੇ ਉਸ ਵੱਲ ਧਿਆਨ ਦੇਣ ਕਾਰਨ ਉਹ ਬਹੁਤ ਜਲਦੀ ਠੀਕ ਹੋ ਰਹੀ ਸੀ ਅਤੇ ਮੈਂ ਅਕਸਰ ਉਸ ਨੂੰ ਆਪਣੇ ਦਫ਼ਤਰ ਵਿੱਚ ਆਪਣੇ ਨਾਲ ਬਿਠਾਉਂਦੀ ਸੀ। ਇੱਕ ਦਿਨ ਮੈਨੂੰ ਉਹ ਕਹਿਣ ਲੱਗੀ, ਪਹਿਲ ਤੈਨੂੰ ਤਾਂ ਪਤਾ ਹੈ ਕਿ ਜਿਹੜਾ ਵੱਡਾ ਡਾਕਟਰ ਆਇਆ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੈ ਅਤੇ ਜਾਣ ਬੁੱਝ ਕੇ ਬਾਂਹ ਵਿੱਚ ਉੱਧਰ ਬਹੁਤ ਜ਼ੋਰਦਾਰ ਟੀਕੇ ਲਗਾਉਂਦਾ ਹੈ। ਉਹ ਕੁੜੀ ਮੈਨੂੰ ਆਪਣੀ ਸਹੇਲੀ ਸਮਝਦੀ ਸੀ, ਇਸ ਲਈ ਉਹ ਮੈਨੂੰ ਬੁਲਾਉਂਦੀ ਸੀ। ਉਸਦਾ ਨਾਮ ਰਿੰਕੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕਿਹੜਾ ਵੱਡਾ ਡਾਕਟਰ ਹੈ। ਉਸ ਨੇ ਕਿਹਾ ਕਿ ਉਹ ਮੇਰੀ ਦੋਸਤ ਨੂੰ ਹਰ ਰੋਜ਼ ਕਿਤੇ ਲੈ ਜਾਂਦਾ ਹੈ। ਮੈਂ ਉਸ ਨੂੰ ਆਪਣੇ ਕਮਰੇ ਦੀ ਖਿੜਕੀ ਤੋਂ ਲੁੱਪ ਛਿਪ ਕੇ ਦੇਖਦੀ ਹਾਂ। ਮੈਂ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ। ਮੈਂ ਸੋਚਿਆ ਕਿ ਇੱਕ ਪਾਗਲ ਕੁੜੀ ਦਾ ਇਲਾਜ ਕਰਨ ਲਈ ਅੱਧੀ ਰਾਤ ਨੂੰ ਆਏ ਡਾਕਟਰ ਦਾ ਕੀ ਹੋਇਆ ਹੋਵੇਗਾ। ਫਿਰ ਹਰ ਰੋਜ਼ ਉਹ ਕੁੜੀ ਮੈਨੂੰ ਇਹੀ ਗੱਲ ਕਹਿਣ ਲੱਗੀ। ਮੈਂ ਇਸ ਤੱਥ 'ਤੇ ਧਿਆਨ ਕੇਂਦਰਿਤ ਕੀਤਾ ਕਿ ਉਹ ਹੌਲੀ-ਹੌਲੀ ਬਹੁਤ ਸਿਹਤਮੰਦ ਅਤੇ ਪੂਰੀ ਤਰ੍ਹਾਂ ਠੀਕ ਹੋ ਰਹੀ ਸੀ। ਹੋ ਸਕਦਾ ਕਿ ਉਹ ਸੱਚ ਬੋਲ ਰਹੀ ਹੋਵੇ। ਉਸ ਰਾਤ ਹੋਸਟਲ ਜਾਣ ਦੀ ਬਜਾਏ ਮੈਂ ਪਾਗਲਖਾਨੇ ਵਿੱਚ ਰਿੰਕੀ ਦੇ ਵਾਰਡ ਵਿੱਚ ਹੀ ਰੁਕ ਗਈ। ਰਾਤ ਦੇ 12 ਵਜੇ ਅਚਾਨਕ ਆਵਾਜ਼ ਆਉਣ ਲੱਗੀ। ਰਿੰਕੀ ਮੇਰਾ ਮੋਢਾ ਹਿਲਾ ਕੇ ਖਿੜਕੀ ਵੱਲ ਦੇਖਣ ਲਈ ਇਸ਼ਾਰਾ ਕਰ ਰਹੀ ਸੀ। ਮੈਂ ਉਸ ਦੇ ਨਾਲ ਖਿੜਕੀ ਵੱਲ ਦੇਖਿਆ। ਮੇਰੀਆਂ ਅੱਖਾਂ ਜੋ ਨੀਂਦ ਕਾਰਨ ਬੰਦ ਸਨ ਉਹ ਅਚਾਨਕ ਖੁੱਲ੍ਹ ਗਈਆਂ। ਮੈਂ ਅੱਖਾਂ ਰਗੜ ਕੇ ਬਾਹਰ ਦੇਖਿਆ। ਇਹ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਮੈਂ ਦੇਖਿਆ ਕਿ ਇਹ ਇੱਕ ਡਾਕਟਰ ਸੀ ਜੋ ਹੇਠਾਂ ਵਾਰਡ ਵਿੱਚੋਂ ਇੱਕ ਕੁੜੀ ਨੂੰ ਆਪਣੇ ਨਾਲ ਖਿੱਚ ਕੇ ਨਾਲ ਲਿਜਾ ਰਿਹਾ ਸੀ। ਮੈਂ ਹੇਠਾਂ ਨੂੰ ਭੱਜੀ ਪਰ ਉਦੋਂ ਤੱਕ ਉਹ ਉਸ ਨੂੰ ਆਪਣੇ ਨਾਲ ਲੈ ਕੇ ਕਿਤੇ ਚਲਾ ਗਿਆ ਸੀ। ਮੈਂ ਉਸ ਡਾਕਟਰ ਦਾ ਚਿਹਰਾ ਨਹੀਂ ਦੇਖ ਸਕੀ। ਪਤਾ ਨਹੀਂ ਉਹ ਕਿਹੜਾ ਡਾਕਟਰ ਸੀ ਅਤੇ ਰਾਤ ਦੇ ਇਸ ਸਮੇਂ ਇੱਕ ਪਾਗਲ ਕੁੜੀ ਨੂੰ ਆਪਣੇ ਨਾਲ ਕਿਉਂ ਲੈ ਗਿਆ, ਜਾਂ ਇਲਾਜ ਲਈ ਜਾਂ ਕੁਝ ਹੋਰ ਕਰਨ ਲਈ। ਮੈਂ ਹੋਰ ਸੋਚਣਾ ਨਹੀਂ ਚਾਹੁੰਦੀ ਸੀ, ਪਰ ਮੇਰੇ ਸਾਹਮਣੇ ਹਾਲਾਤ ਇਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਸਨ। ਪਤਾ ਨਹੀਂ ਇਹ ਖੇਡ ਕਦੋਂ ਤੱਕ ਚੱਲਦਾ ਆ ਰਿਹਾ ਸੀ, ਪਰ ਰਿੰਕੀ ਤਾਂ ਮੈਨੂੰ ਹਰ ਰੋਜ਼ ਦੱਸਦੀ ਸੀ, ਪਰ ਮੈਂ ਉਸਦੀ ਗੱਲ ਮੰਨਦੀ ਨਹੀਂ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇੱਕ ਡਾਕਟਰ ਆਪਣੇ ਮਰੀਜ਼ ਦਾ ਫਾਇਦਾ ਉਠਾ ਰਿਹਾ ਸੀ। ਅਗਲੇ ਦਿਨ ਮੈਂ ਜਾਣ ਬੁੱਝ ਕੇ ਮੁੜ ਰਿੰਕੀ ਦੇ ਵਾਰਡ ਵਿੱਚ ਆ ਗਈ, ਪਰ ਇਸ ਵਾਰ ਉਹ ਲੜਕੀ ਕੱਲ੍ਹ ਵਾਲੀ ਨਹੀਂ, ਕੋਈ ਹੋਰ ਲੜਕੀ ਸੀ ਅਤੇ 2 ਡਾਕਟਰ ਉਸ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਲੜਕੀ ਕੁਝ
ਕਹਿ ਨਹੀਂ ਰਹੀ ਸੀ ਤੇ ਚੁੱਪਚਾਪ ਉਹਨਾਂ ਦੇ ਨਾਲ ਜਾ ਰਹੀ ਸੀ। ਉਹ ਕੁੜੀ ਕੋਈ ਰੌਲਾ ਕਿਉਂ ਨਹੀਂ ਪਾ ਰਹੀ? ਫਿਰ ਮੈਨੂੰ ਖਿਆਲ ਆਇਆ ਕਿ ਇਹ ਕੁੜੀ ਇੰਨਾ ਰੌਲਾ ਕਿਵੇਂ ਪਾ ਸਕਦੀ ਹੈ। ਉਹ ਤਾਂ ਕੁੜੀ ਪਾਗਲ ਹੈ। ਮੈਂ ਭੱਜ ਕੇ ਉਹਨਾਂ ਡਾਕਟਰਾਂ ਦੇ ਸਾਹਮਣੇ ਖੜੀ ਹੋ ਗਈ। ਮੈਂ ਡਾਕਟਰ ਨੂੰ ਪੁੱਛਿਆ, ਤੁਸੀਂ ਇਸ ਕੁੜੀ ਨੂੰ ਰਾਤ ਦੇ ਸਮੇਂ ਕਿੱਥੇ ਲੈ ਕੇ ਜਾ ਰਹੇ ਹੋ? ਮੈਨੂੰ ਦੇਖ ਕੇ ਦੋਵੇਂ ਡਰ ਗਏ। ਡਾਕਟਰ ਸ਼ੁਕਲਾ, ਜੋ ਕਿ ਸੀਨੀਅਰ ਡਾਕਟਰ ਸਨ, ਉਹ ਕਹਿਣ ਲੱਗੇ ਕਿ ਅਸੀਂ ਉਸ ਨੂੰ ਇਲਾਜ ਲਈ ਹੀ ਲੈ ਕੇ ਜਾ ਰਹੇ ਹਾਂ। ਉਹ ਉਸ ਕੁੜੀ ਨੂੰ ਮੇਰੇ ਸਾਹਮਣੇ ਆਪਣੇ ਨਾਲ ਲੈ ਗਏ। ਉਹ ਸੀਨੀਅਰ ਡਾਕਟਰ ਸੀ, ਇਸ ਲਈ ਮੈਂ ਉਸ ਨੂੰ ਦੇਖ ਕੇ ਚੁੱਪ ਹੋ ਗਈ। ਇਹ ਸਿਲਸਿਲਾ ਕਈ ਰਾਤਾਂ ਇਸ ਤਰ੍ਹਾਂ ਚੱਲਦਾ ਰਿਹਾ। ਮੈਂ ਦੇਖਦੀ ਸੀ ਕਿ ਉਹੀ ਸੀਨੀਅਰ ਡਾਕਟਰ ਕਿਸੇ ਡਾਕਟਰ ਨੂੰ ਆਪਣੇ ਨਾਲ ਲੈ ਆਉਂਦਾ ਹੈ ਤੇ ਕਿਸੇ ਪਾਗਲ ਔਰਤ ਨੂੰ ਆਪਣੇ ਨਾਲ ਲੈ ਜਾਂਦਾ ਹੈ। ਨਾ ਤਾਂ ਮੈਂ ਉਹਨਾਂ ਲੋਕਾਂ ਨੂੰ ਰੋਕ ਸਕੀ ਅਤੇ ਨਾ ਹੀ ਰਾਤ ਦੀ ਡਿਊਟੀ 'ਤੇ ਮੌਜੂਦ ਡਾਕਟਰ ਉਹਨਾਂ ਨੂੰ ਰੋਕ ਸਕੇ। ਮੈਂ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਕਿਉਂ ਜਾਣ ਦਿੰਦੇ ਹੋ? ਤਾਂ ਉਸ ਨੇ ਪੁੱਛਿਆ ਕਿ ਮੈਂ ਉਹਨਾਂ ਨੂੰ ਕਿਵੇਂ ਰੋਕ ਸਕਦੀ ਹਾਂ। ਉਹ ਸੀਨੀਅਰ ਡਾਕਟਰ ਸ਼ੁਕਲਾ ਹਨ, ਉਹਨਾਂ ਦੇ ਅੱਗੇ ਨਾ ਕੋਈ ਬੋਲ ਸਕਦਾ ਹੈ ਅਤੇ ਨਾ ਹੀ ਉਹਨਾਂ ਨੂੰ ਰੋਕ ਸਕਦਾ ਹੈ। ਮੈਂ ਪੁੱਛਿਆ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਮੇਂ ਰਾਤ ਨੂੰ ਕੀ ਹੋ ਰਿਹਾ ਹੈ, ਇਹ ਲੋਕ ਕੀ ਕਰਦੇ ਹਨ। ਪਰ ਉਸ ਡਾਕਟਰ ਨੂੰ ਵੀ ਕੁਝ ਪਤਾ ਨਹੀਂ ਸੀ, ਪਰ ਮੈਨੂੰ ਪਹਿਲਾਂ ਹੀ ਸ਼ੱਕ ਸੀ। ਆਖਰ ਰਾਤ ਦੇ ਇਸ ਸਮੇਂ ਕੀ ਇਲਾਜ ਹੁੰਦਾ ਹੈ? ਜਦੋਂ ਮੈਂ ਵਾਰਡਨ ਨੂੰ ਦੱਸਿਆ ਤਾਂ ਉਸ 'ਤੇ ਮੇਰੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਅਤੇ ਕਹਿਣ ਲੱਗੀ ਕਿ ਡਾਕਟਰ ਸ਼ੁਕਲਾ ਦਾ ਇਲਾਜ ਕਰਨ ਦਾ ਕੋਈ ਆਪਣਾ ਤਰੀਕਾ ਹੈ, ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਉਹ ਕੁੜੀ ਬਹੁਤ ਪਾਗਲ ਸੀ, ਪਰ ਉਸ ਕੁੜੀ ਨੂੰ ਆਪਣੀ ਵੀ ਕੋਈ ਇੱਜ਼ਤ ਸੀ। ਅਜਿਹਾ ਕਿਵੇਂ ਕੋਈ ਵੀ ਉਸ ਨੂੰ ਬਾਂਹ ਫੜ ਕੇ ਲੈ ਜਾਵੇਗਾ। ਪਰ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਮੇਰੀ ਦਿਲ ਮੈਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਮੈਨੂੰ ਕੁੜੀਆਂ ਲਈ ਕੁਝ ਕਰਨਾ ਚਾਹੀਦਾ। ਮੈਂ ਅਰਜ਼ੀ ਲਿਖੀ ਸੀ ਕਿ ਮੈਨੂੰ ਮੇਰੀ ਡਿਊਟੀ ਇਸ ਵਾਰਡ ਵਿੱਚ ਲਗਾਈ ਜਾਵੇ, ਪਰ ਉਹ ਵੀ ਸਾਫ਼ ਇਨਕਾਰ ਕਰ ਦਿੱਤਾ ਗਿਆ। ਕਿਹਾ ਗਿਆ ਕਿ ਇਹ ਬਹੁਤ ਖਤਰਨਾਕ ਪਾਗਲ ਔਰਤਾਂ ਦਾ ਵਾਰਡ ਸੀ, ਤੁਸੀਂ ਉਹਨਾਂ ਨੂੰ ਨਹੀਂ ਸੰਭਾਲ ਸਕਦੇ। ਮੈਂ ਉਦਾਸ ਹੋ ਗਈ ਤੇ ਹਰ ਪਾਸਿਓਂ ਰਸਤਾ ਬੰਦ ਸੀ। ਪਤਾ ਨਹੀਂ ਅਜਿਹਾ ਕੀ ਰਾਜ਼ ਸੀ ਅਤੇ ਉਹਨਾਂ ਡਾਕਟਰਾਂ ਨੇ ਕੀ ਕੀਤਾ। ਕੋਈ ਵੀ ਮੇਰੀ ਗੱਲ ਸੁਣਨ ਅਤੇ ਸਮਝਣ ਲਈ ਤਿਆਰ ਨਹੀਂ ਸੀ। ਮੈਂ ਫੈਸਲਾ ਕੀਤਾ ਕਿ ਉਹਨਾਂ ਕੁੜੀਆਂ ਦਾ ਟੈਸਟ ਕਰਾਂ ਜਿਨ੍ਹਾਂ ਨੂੰ ਮੈਂ ਡਾਕਟਰ ਨਾਲ ਜਾਂਦੇ ਦੇਖਿਆ, ਕਿਉਂਕਿ ਉਹ ਕੁੜੀਆਂ ਖੁਦ ਕੁਝ ਹੀ ਦੱਸਣ ਦੇ ਸਮਰੱਥ ਨਹੀਂ ਸਨ। ਜੇਕਰ ਉਹਦੀ ਜਾਂਚ ਕੀਤੀ ਜਾਂਦੀ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਂਦਾ ਤੇ ਪਤਾ ਲੱਗ ਜਾਂਦਾ ਕਿ ਉਹਨਾਂ ਵਿੱਚ ਕੁਝ ਗਲਤ ਹੈ ਜਾਂ ਨਹੀਂ। ਮੈਂ ਰਾਤ ਨੂੰ ਦੁਬਾਰਾ ਉਸ ਵਾਰਡ ਵਿੱਚ ਗਈ ਅਤੇ ਉੱਥੇ ਡਾਕਟਰ ਨੂੰ ਸਾਰੀ ਗੱਲ ਦੱਸੀ। ਡਾਕਟਰ ਕਹਿਣ ਲੱਗੀ ਕਿ ਤੁਸੀਂ ਇਹਨਾਂ ਪਾਗਲ ਕੁੜੀਆਂ ਦੀ ਖਾਤਰ ਇੰਨੇ ਵੱਡੇ ਲੋਕਾਂ ਨਾਲ ਕਿਉਂ ਪੰਗਾ ਲੈ ਰਹੇ ਹੋ? ਮੈਂ ਕਿਹਾ ਕਿ ਮੈਂ ਪਾਗਲ ਲੋਕਾਂ ਦੀ ਡਾਕਟਰ ਹਾਂ, ਇਸ ਲਈ ਮੈਂ ਉਹਨਾਂ ਬਾਰੇ ਹੀ ਸੋਚਾਂਗੀ। ਫਿਰ ਮੈਂ ਕੁੜੀਆਂ ਨੂੰ ਟੈਸਟ ਕਰਨ ਲਈ ਆਪਣੇ ਕਮਰੇ ਵਿੱਚ ਬੁਲਾਇਆ। ਜਿਵੇਂ ਹੀ ਮੈਂ ਉਸ ਦੀ ਜਾਂਚ ਕਰਨ ਲਈ ਉਸਦੇ ਕੱਪੜੇ ਉਤਾਰੇ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਕੁੜੀਆਂ ਦੇ ਪੇਟ 'ਤੇ ਟਾਂਕੇ ਲੱਗੇ ਹੋਏ ਸਨ, ਜਿਵੇਂ ਕੋਈ ਆਪਰੇਸ਼ਨ ਹੋਇਆ ਹੋਵੇ। ਫਿਰ ਮੈਂ ਇੱਕ ਹੋਰ ਕੁੜੀ ਨੂੰ ਬੁਲਾਇਆ ਅਤੇ ਉਹਨਾਂ ਸਾਰੀਆਂ ਕੁੜੀਆਂ ਨੂੰ ਬੁਲਾਇਆ ਜਿਨ੍ਹਾਂ ਨੂੰ ਡਾਕਟਰ ਸ਼ੁਕਲਾ ਆਪਣੇ ਨਾਲ ਲੈ ਕੇ ਜਾਂਦਾ ਸੀ। ਇਹਨਾਂ ਸਾਰੀਆਂ ਲੜਕਿਆਂ ਦੇ ਪੇਟ ਦੇ ਆਪਰੇਸ਼ਨ ਹੋ ਚੁੱਕੇ ਸਨ ਅਤੇ ਬਾਕੀ ਲੜਕੀਆਂ ਬਿਲਕੁਲ ਠੀਕ ਸਨ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਡਾਕਟਰ ਸ਼ੁਕਲਾ ਕਿਸ ਤਰ੍ਹਾਂ ਦਾ ਇਲਾਜ ਕਰ ਰਹੇ ਸਨ। ਆਖਰ ਪੇਟ ਦਾ ਆਪਰੇਸ਼ਨ ਕਿਉਂ? ਮੈਂ 2-3 ਕੁੜੀਆਂ ਦਾ ਹੋਰ ਚੈੱਕਅਪ ਕੀਤਾ ਅਤੇ ਉਹਨਾਂ ਦੇ ਕੁਝ ਟੈਸਟ ਵੀ ਕਰਵਾਏ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਰਿਪੋਰਟ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਰਿਪੋਰਟ ਮੁਤਾਬਕ ਉਸਦੇ ਸਰੀਰ ਵਿੱਚੋਂ ਬੱਚੇਦਾਨੀ ਗਾਇਬ ਸੀ। ਮੈਂ ਬਾਕੀ ਕੁੜੀਆਂ ਦਾ ਵੀ ਟੈਸਟ ਕਰਵਾਇਆ ਅਤੇ ਇਹੀ ਗੱਲ ਸਾਹਮਣੇ ਆਈ। ਹੁਣ ਮੈਂ ਸੱਚਮੁੱਚ ਉਲਝਣ ਵਿੱਚ ਫਸ ਗਈ ਸੀ। ਮੈਨੂੰ ਤਾਂ ਡਾਕਟਰ ਸ਼ੁਕਲਾ ਅਤੇ ਉਹਨਾਂ ਦੀ ਟੀਮ ਨੇ ਹੈਰਾਨ ਕਰ ਦਿੱਤਾ। ਆਖਰ ਉਹਨਾਂ ਮਾਸੂਮ ਬੱਚਿਆਂ 'ਤੇ ਕਿਸ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ। ਮੈਂ ਸੋਚਿਆ ਕਿ ਮੇਰੇ ਕੋਲ ਸਬੂਤ ਤਾਂ ਹੈ ਹੀ। ਮੈਂ ਹਸਪਤਾਲ ਦੇ ਮੁਖੀ ਕੋਲ ਇਹਨਾਂ ਡਾਕਟਰਾਂ ਬਾਰੇ ਸਾਰਾ ਸੱਚ ਦੱਸਾਂਗੀ ਕਿ ਡਾਕਟਰ ਸ਼ੁਕਲਾ ਇਹਨਾਂ ਬੱਚਿਆਂ ਨਾਲ ਕਿੰਨੀ ਬੇਇਨਸਾਫੀ ਕਰ ਰਹੇ ਹਨ। ਮੈਂ ਬੜੇ ਉਤਸ਼ਾਹ ਅਤੇ ਆਸ ਨਾਲ ਉੱਠੀ, ਪਰ ਫਿਰ ਅੱਧ ਵਿਚਾਲੇ ਹੀ ਰੁਕ ਗਈ। ਮੈਨੂੰ ਲੱਗਾ ਕਿ ਪਹਿਲਾਂ ਮੈਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਉਹ ਸਾਰੀਆਂ ਕੁੜੀਆਂ ਦੀ ਬੱਚੇਦਾਨੀ ਨੂੰ ਕਿਸ ਮਕਸਦ ਲਈ ਕੱਢ ਕੇ ਉਹਨਾਂ ਦੀ ਵਰਤੋਂ ਕਰ ਰਹੇ ਹਨ। ਮੈਂ ਚੁੱਪ ਰਹੀ। ਮੈਨੂੰ ਇਹ ਮਹਿਸੂਸ ਹੋਇਆ ਕਿ ਹਸਪਤਾਲ ਦੇ ਅੱਧੇ ਤੋਂ ਵੱਧ ਸਟਾਫ ਨੂੰ ਇਸ ਬਾਰੇ ਪਤਾ ਸੀ। ਇਹ ਗੱਲ ਮੈਨੂੰ ਕੁੜੀਆਂ ਦੇ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗੀ। ਉਹਨਾਂ ਸਾਰਿਆਂ ਨੇ ਮੈਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਡਾਕਟਰ ਸ਼ੁਕਲਾ ਤੋਂ ਦੂਰ ਰਹਾਂ।
ਉਹ ਇੱਕ ਮਹਾਨ ਡਾਕਟਰ ਹੈ ਅਤੇ ਇੱਥੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਦਾ ਮਤਲਬ ਇਸ ਹਸਪਤਾਲ ਵਿੱਚ ਆਪਣੀ ਨੌਕਰੀ ਨੂੰ ਗਵਾਉਣਾ ਸੀ। ਇਸ ਕਾਰਨ ਕੋਈ ਵੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀ। ਹੁਣ ਜੋ ਵੀ ਕਰਨਾ ਸੀ ਮੈਂ ਆਪ ਹੀ ਕਰਨਾ ਸੀ। ਅਗਲੇ ਦਿਨ ਨਵੀਂ ਕੁੜੀ ਨੂੰ ਹਸਪਤਾਲ ਲਿਆਂਦਾ ਗਿਆ। ਉਸ ਕੁੜੀ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਉਸ ਕੁੜੀ ਨੂੰ ਜਾਣਦੀ ਸੀ। ਉਸ ਕੁੜੀ ਨੂੰ ਦੇਖ ਕੇ ਮੈਨੂੰ ਸਭ ਕੁਝ ਯਾਦ ਆਉਣ ਲੱਗਾ। ਉਹ ਇੱਕ ਨਿਊਜ਼ ਰਿਪੋਰਟਰ ਸੀ ਜਿਸ ਨੇ ਪਹਿਲਾਂ ਮੇਰੀ ਇੰਟਰਵਿਊ ਕੀਤੀ ਸੀ। ਮੈਂ ਆਪਣੀ ਕਹਾਣੀ ਉਸ ਕੁੜੀ ਨੂੰ ਦੱਸੀ ਸੀ। ਉਸ ਕੁੜੀ ਦੇ ਜਾਣ ਤੋਂ ਬਾਅਦ ਮੈਂ ਆਪਣੇ ਅੱਜ ਦੇ ਕੰਮ ਦਾ ਜਾਇਜ਼ਾ ਲਿਆ। ਮੈਂ ਵੀ ਰਾਊਂਡ 'ਤੇ ਜਾਣਾ ਸੀ। ਜਿਵੇਂ ਹੀ ਮੈਂ ਆਪਣੇ ਕਮਰੇ ਤੋਂ ਬਾਹਰ ਆਈ, ਫਿਰ ਮੈਂ ਸਾਹਮਣੇ ਤੋਂ ਉਹੀ ਰਿਪੋਰਟਰ ਆਉਂਦੀ ਦੇਖੀ। ਉਸਨੇ ਕਿਹਾ ਕਿ ਮੈਮ, ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਮੈਂ ਕਿਹਾ ਜੀ ਦੱਸੋ ਕੀ ਗੱਲ ਹੈ। ਉਸਨੇ ਪੁੱਛਿਆ, ਪਿੱਛੇ ਮੁੜ ਕੇ ਕਿਹਾ ਚਲੋ ਕਿਤੇ ਹੋਰ ਗੱਲ ਕਰੀਏ, ਇੱਥੇ ਨਹੀਂ, ਅਸੀਂ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਕਿਰਪਾ ਕਰਕੇ ਮੈਨੂੰ ਆਪਣਾ ਫ਼ੋਨ ਨੰਬਰ ਦਿਓ, ਮੈਂ ਤੁਹਾਡੇ ਨਾਲ ਫ਼ੋਨ 'ਤੇ ਗੱਲ ਕਰਾਂਗੀ। ਉਸ ਦਾ ਅੰਦਾਜ਼ ਦੇਖ ਕੇ ਮੈਂ ਥੋੜ੍ਹਾ ਚੌਂਕ ਗਈ। ਉਸ ਨੂੰ ਮੈਂ ਆਪਣਾ ਫ਼ੋਨ ਨੰਬਰ ਦੇ ਦਿੱਤਾ। ਉਸ ਕੁੜੀ ਨੇ ਮੇਰਾ ਧੰਨਵਾਦ ਕੀਤਾ ਅਤੇ ਚਲੀ ਗਈ। ਮੈਨੂੰ ਇਸੇ ਹਸਪਤਾਲ ਵਿੱਚ ਆਏ ਬਹੁਤਾ ਸਮਾਂ ਨਹੀਂ ਹੋਇਆ ਸੀ ਅਤੇ ਮੇਰੀ ਲਗਨ ਅਤੇ ਯੋਗਤਾ ਦੇ ਬਾਵਜੂਦ ਮੈਨੂੰ ਜਲਦੀ ਹੀ ਇਸ ਹਸਪਤਾਲ ਦਾ ਇੰਚਾਰਜ ਬਣਾ ਦਿੱਤਾ ਗਿਆ। ਮੈਂ ਲੰਬੇ ਸਮੇਂ ਤੋਂ ਦੇਖ ਰਹੀ ਸੀ ਕਿ ਇਸ ਹਸਪਤਾਲ ਵਿੱਚ ਜ਼ਰੂਰ ਕੁਝ ਗਲਤ ਹੋ ਰਿਹਾ ਹੈ। ਮੇਰਾ ਸ਼ੱਕ ਮੈਨੂੰ ਬਾਰ-ਬਾਰ ਸੰਕੇਤ ਦੇ ਰਿਹਾ ਸੀ ਕਿ ਮੇਰੇ ਵਿਰੁੱਧ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ। ਜਦੋਂ ਕੋਈ ਉੱਚ ਪੱਧਰ 'ਤੇ ਪਹੁੰਚ ਜਾਂਦਾ ਹੈ ਤਾਂ ਹਾਦਸਿਆਂ ਵਿੱਚ ਕੋਈ ਕਮੀ ਨਹੀਂ ਰਹਿੰਦੀ। ਮੂੰਹ 'ਤੇ ਸਭ ਮੇਰੇ ਸੀ, ਪਰ ਪਿੱਠ ਪਿੱਛੇ ਕੀ ਹੋ ਰਿਹਾ ਸੀ ਮੈਂ ਕੁਝ ਨਹੀਂ ਕਹਿ ਸਕਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਖਿਲਾਫ ਕਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੈਨੂੰ ਉਦੋਂ ਹੀ ਹੋਸ਼ ਆਈ ਜਦੋਂ ਪਾਣੀ ਮੇਰੇ ਸਿਰ ਤੋਂ ਉੱਪਰ ਪਹੁੰਚ ਗਿਆ। ਮੇਰੇ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਗਏ, ਕਿਉਂਕਿ ਹਸਪਤਾਲ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ। ਇਸ ਲਈ ਮੈਨੂੰ ਬਹੁਤ ਸੋਚ ਸਮਝ ਕੇ ਫਸਾਇਆ ਗਿਆ। ਕੁਝ ਦਿਨ ਪਹਿਲਾਂ ਹਸਪਤਾਲ ਵਿੱਚੋਂ ਅਨਾਥ ਆਸ਼ਰਮ ਦੇ ਬੱਚਿਆਂ ਲਈ ਦਾਨ ਕੀਤਾ ਗਿਆ ਸੀ। ਇਸ 'ਤੇ ਮੇਰੇ ਦਸਤਖਤ ਸਨ। ਮੈਨੂੰ ਨਿੱਜੀ ਤੌਰ 'ਤੇ ਇਹ ਮੇਲ ਭੇਜੀ ਗਈ ਸੀ ਜਿਸ ਵਿੱਚ ਮੈਨੂੰ ਇੱਕ ਰਕਮ ਦਾਨ ਕਰਨ ਲਈ ਕਿਹਾ ਗਿਆ ਸੀ, ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹ ਇੱਕ ਫਰਜ਼ੀ ਖਾਤਾ ਸੀ ਜਿਸ ਤੋਂ ਇਹ ਮੇਲ ਆਈ ਸੀ। ਸਾਰੀ ਘਟਨਾ ਨੂੰ ਮਿਰਚ ਮਸਾਲੇ ਨਾਲ ਤਿਆਰ ਕੀਤਾ ਗਿਆ ਸੀ। ਕਿਸੇ ਰਿਪੋਰਟਰ ਕੁੜੀ ਨੇ ਇਸ ਨੂੰ ਪੇਸ਼ ਕੀਤਾ ਸੀ। ਮੈਨੂੰ ਉਸ ਤੋਂ ਇਹ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਲੜਕੀ ਮੇਰੀ ਨਿੱਜੀ ਇੰਟਰਵਿਊ ਲੈਣ ਆਈ ਸੀ ਅਤੇ ਹੁਣ ਕਿਸੇ ਤਰ੍ਹਾਂ ਉਸ ਨੇ ਟੀਵੀ 'ਤੇ ਮੇਰੇ ਬਾਰੇ ਬਰੀਕ ਕੀਤੀ ਸੀ। ਇਸੇ ਲੜਕੀ ਨੇ ਮੈਨੂੰ ਮੁੰਬਈ 'ਚ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਮੇਰੀ ਬਦਲੀ ਮੁੰਬਈ ਤੋਂ ਆਗਰਾ ਕਰ ਦਿੱਤੀ ਕਿ ਇਹ ਕੁੜੀ ਇੱਥੇ ਹੀ ਮੇਰੇ ਨਾਲ ਅਜਿਹਾ ਕੀ ਕਰ ਰਹੀ ਸੀ। ਮੈਂ ਆਪਣੀ ਬਰਬਾਦੀ ਲਈ ਇਸ ਕੁੜੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਸੀ। ਇਸ ਕੁੜੀ ਦੀ ਬਦੌਲਤ ਹੀ ਮੈਂ ਇੱਥੇ ਆਈ ਹਾਂ। ਇਹ ਕੁੜੀ ਇੱਥੇ ਕੀ ਕਰ ਰਹੀ ਹੈ ਅਤੇ ਕੌਣ ਉਸ ਨੂੰ ਇੱਥੇ ਦਾਖਲ ਕਰਵਾ ਕੇ ਚਲਾ ਗਿਆ ਹੈ। 3 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਇਹ ਲੜਕੀ ਮੇਰਾ ਇੰਟਰਵਿਊ ਕਰਨ ਆਈ ਸੀ, ਪਰ ਉਸ ਸਮੇਂ ਇਹ ਲੜਕੀ ਬਿਲਕੁਲ ਠੀਕ ਠਾਕ ਸੀ ਅਤੇ ਮੇਰੇ ਵਿਰੁੱਧ ਸਾਜ਼ਿਸ਼ ਰਚ ਰਹੇ ਲੋਕਾਂ ਦਾ ਸਾਥ ਵੀ ਦੇ ਰਹੀ ਸੀ। ਪਰ ਹੁਣ ਉਹ ਲੜਕੀ ਬਿਮਾਰ ਸੀ ਅਤੇ ਇਸੇ ਹਸਪਤਾਲ ਵਿੱਚ ਦਾਖਲ ਹੈ। ਜਦੋਂ ਮੈਂ ਉਸਦੇ ਨੇੜੇ ਗਈ ਤਾਂ ਉਹ ਮੇਰੇ ਵੱਲ ਦੇਖ ਰਹੀ ਸੀ ਜਿਵੇਂ ਉਹ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਮੈਂ ਉਸ ਕੁੜੀ ਵੱਲ ਧਿਆਨ ਨਾਲ ਦੇਖਿਆ। ਉਸਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਇੰਝ ਲੱਗ ਰਿਹਾ ਸੀ ਜਿਵੇਂ ਕੁੜੀ ਨੂੰ ਬਿਜਲੀ ਦਾ ਝਟਕਾ ਲੱਗਾ ਹੋਵੇ, ਜਿਸ ਕਾਰਨ ਉਹ ਇਸ ਤਰ੍ਹਾਂ ਦੀ ਹੋ ਗਈ ਹੋਵੇ। ਜੋ ਵੀ ਸੀ, ਇਸ ਕੁੜੀ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਸੀ, ਪਰ ਮੈਂ ਬਦਲਾ ਲੈਣ ਲਈ ਉਸ ਦਾ ਬੁਰਾ ਨਹੀਂ ਕਰ ਸਕਦੀ ਸੀ। ਮੈਂ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਮੈਂ ਡਾਕਟਰ ਸ਼ੁਕਲਾ ਦੇ ਰਾਜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਹੁਣ ਤੱਕ ਮੈਨੂੰ ਕੋਈ ਸਫਲਤਾ ਨਹੀਂ ਮਿਲ ਰਹੀ ਸੀ। ਉਹ ਬਹੁਤ ਚਲਾਕ ਬੰਦਾ ਸੀ। ਪਹਿਲਾਂ ਡਾਕਟਰਾਂ ਨੂੰ ਪੁਰਸ਼ ਵਾਰਡ ਵਿੱਚ ਜਾਣ ਦੀ ਮਨਾਹੀ ਸੀ, ਕਿਉਂਕਿ ਉੱਥੇ ਕਾਫੀ ਮਰਦ ਡਾਕਟਰ ਸਨ। ਮੈਂ ਕਈ ਵਾਰ ਦੇਖਿਆ ਸੀ ਕਿ ਉਹ ਕੁੜੀਆਂ ਨੂੰ ਮਰਦਾਂ ਵਾਲੀ ਸਾਈਡ ਲੈ ਜਾਂਦਾ ਸੀ। ਮੈਂ ਇੰਤਜ਼ਾਰ ਕਰ ਰਹੀ ਸੀ ਕਿ ਉਹ ਆਪਣਾ ਅਗਲਾ ਕਤਲ ਕਦੋਂ ਕਰੇਗਾ, ਪਰ ਹੁਣ ਡਾਕਟਰ ਸ਼ੁਕਲਾ ਨੂੰ ਮੇਰੇ 'ਤੇ ਸ਼ੱਕ ਸੀ ਕਿ ਮੈਂ ਉਸ ਦੀ ਜਾਸੂਸੀ ਕਰ ਰਹੀ ਹਾਂ। ਡਾਕਟਰ ਸ਼ੁਕਲਾ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ। ਜੇ ਮੈਂ ਇੱਧਰ ਉੱਧਰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਮੇਰਾ ਕੋਈ ਫਾਇਦਾ ਨਹੀਂ ਹੋਵੇਗਾ। ਮੈਂ ਡਾਕਟਰ ਸ਼ੁਕਲਾ ਨੂੰ ਜਵਾਬ ਦੇਣਾ ਚਾਹੁੰਦੀ ਸੀ, ਪਰ ਮੇਰੀ ਆਵਾਜ਼ ਇੰਨੀ ਮਜ਼ਬੂਤ ਨਹੀਂ ਸੀ ਅਤੇ ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਇਆ ਕਿ ਮੈਨੂੰ ਉਹਦੇ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਸੀ। ਮੈਂ ਦੇਖਿਆ ਕਿ ਨਿਊਜ਼ ਰਿਪੋਰਟਰ ਕਾਜਲ
ਬਹੁਤ ਡਰੀ ਹੋਈ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਸਨੇ ਕਿਹਾ ਕਿ ਉਹ ਬਹੁਤ ਗੰਦਾ ਆਦਮੀ ਹੈ, ਪਤਾ ਨਹੀਂ ਕਿ ਉਹ ਕਿੱਥੇ ਚਲਾ ਗਿਆ। ਉਹ ਡਾਕਟਰ ਸ਼ੁਕਲਾ ਦੀ ਗੱਲ ਕਰ ਰਹੀ ਸੀ। ਮੈਂ ਉਸ ਨੂੰ ਦੁਪਹਿਰ ਦੀ ਗੋਲੀ ਆਪਣੇ ਹੱਥਾਂ ਨਾਲ ਖਵਾਈ। ਮੇਰਾ ਇਰਾਦਾ ਉਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦਾ ਸੀ ਤਾਂ ਜੋ ਮੈਂ ਉਸ ਨੂੰ ਪੁੱਛ ਸਕਾਂ ਕਿ ਉਹ ਇੱਥੇ ਕਿਵੇਂ ਪਹੁੰਚੀ ਅਤੇ ਉਹ ਇੱਥੇ ਕੀ ਕਰਨ ਆਈ ਸੀ ਅਤੇ ਕਿਸ ਨੇ ਉਸ ਨੂੰ ਇਸ ਪਾਗਲਖਾਨੇ ਵਿੱਚ ਛੱਡ ਦਿੱਤਾ ਸੀ। ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਬਹੁਤ ਹੀ ਸਿਆਣੀ ਕੁੜੀ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਗਿਆ ਸੀ। ਆਖਿਰ ਇਹ ਕਿਸ ਨੇ ਕੀਤਾ? ਇਹ ਵੀ ਵੱਡੀ ਉਲਝਣ ਦੀ ਗੱਲ ਸੀ। ਜਿਸ ਨੇ ਵੀ ਕਾਜਲ ਨੂੰ ਇੱਥੇ ਛੱਡਿਆ ਸੀ, ਜ਼ਰੂਰ ਉਸਨੇ ਕਾਜਲ ਨੂੰ ਅਜਿਹੀ ਹਾਲਤ ਕੀਤੀ ਸੀ। ਮੈਂ ਰਜਿਸਟਰ ਚੈੱਕ ਕੀਤਾ ਅਤੇ ਦੇਖਿਆ ਕਿ ਰਿਸ਼ਤੇਦਾਰ ਦੀ ਥਾਂ ਦੋਸਤ ਲਿਖਿਆ ਹੋਇਆ ਸੀ ਜਾਂ ਨਹੀਂ। ਉਹਦਾ ਇੱਕ ਦੋਸਤ ਉਸ ਨੂੰ ਇੱਥੇ ਛੱਡ ਗਿਆ ਸੀ। ਕਾਜਲ ਦੀ ਮਾਨਸਿਕ ਹਾਲਤ ਹੁਣ ਸੁਧਰ ਰਹੀ ਚੱਲ ਰਹੇ ਇਲਾਜ ਦੇ ਕਾਰਨ ਉਹ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਈ ਸੀ, ਪਰ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਜਾਂਦੀ ਉਦੋਂ ਤੱਕ ਕੋਈ ਫਾਇਦਾ ਨਹੀਂ ਸੀ। ਮੈਂ ਪੂਰਾ ਮਹੀਨਾ ਕਾਜਲ 'ਤੇ ਬਹੁਤ ਮਿਹਨਤ ਕੀਤੀ ਅਤੇ ਅੱਜ ਉਹ ਦਿਨ ਵੀ ਆ ਗਿਆ ਸੀ ਜਿਸ ਦਿਨ ਕਾਜਲ ਬਿਲਕੁਲ ਠੀਕ ਹੋ ਗਈ ਸੀ। ਮੈਂ ਕਾਜਲ ਨੂੰ ਪੁੱਛਿਆ ਕਿ ਤੂੰ ਇੱਥੇ ਕਿਵੇਂ ਆਈ ਹਾਂ। ਉਹ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਮਾੜਾ ਕੰਮ ਕੀਤਾ ਹੈ, ਇਸ ਲਈ ਮੈਨੂੰ ਆਪਣੀ ਕੀਤੀ ਦੀ ਸਜ਼ਾ ਮਿਲੀ ਹੈ। ਤੁਸੀਂ ਮੇਰੇ ਕੰਮ ਨੂੰ ਪਹਿਲਾਂ ਹੀ ਜਾਣਦੇ ਹੋ। ਮੈਂ ਇੱਕ ਰਿਪੋਰਟਿੰਗ ਕਰਦੀ ਸੀ। ਮੈਂ ਪੂਰੇ ਸ਼ਹਿਰ ਦੇ ਮਾਨਸਿਕ ਹਸਪਤਾਲ ਦੀ ਰਿਪੋਰਟ ਲੈਂਦੀ ਅਤੇ ਵੀਡੀਓ ਬਣਾਉਂਦੀ ਸੀ। ਮੈਂ ਇਸ ਲਈ ਮਸ਼ਹੂਰ ਸੀ ਕਿਉਂਕਿ ਮੈਂ ਕਿਸੇ ਵੀ ਕੀਮਤ 'ਤੇ ਸੱਚਾਈ ਦਾ ਪਰਦਾਫਾਸ਼ ਕੀਤਾ ਸੀ, ਕਿਉਂਕਿ ਮੈਂ ਇੱਥੇ ਭੇਸ ਬਦਲ ਕੇ ਆਈ ਸੀ ਤਾਂ ਜੋ ਮੈਨੂੰ ਜਾਣਕਾਰੀ ਮਿਲ ਸਕੇ ਕਿ ਇੱਥੇ ਮਾਨਸਿਕ ਹਸਪਤਾਲ ਦਾ ਮਾਹੌਲ ਕਿਹੋ ਜਿਹਾ ਹੈ। ਮੈਂ ਇੱਥੇ 10 ਦਿਨ ਰਹੀ ਅਤੇ ਇਹਨਾਂ 10 ਦਿਨਾਂ ਵਿੱਚ ਮੈਨੂੰ ਇਸ ਜਗ੍ਹਾ ਬਾਰੇ ਕਈ ਅਜੀਬ ਗੱਲਾਂ ਦਾ ਪਤਾ ਲੱਗਿਆ। ਇੱਥੇ ਪਾਗਲਾਂ ਦੇ ਸਰੀਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅੰਗ ਕੱਢੇ ਜਾਂਦੇ ਹਨ ਅਤੇ ਹੋਰ ਤਾਂ ਹੋਰ ਪਾਗਲ ਔਰਤਾਂ ਸਰੀਰ ਤੋਂ ਬੱਚੇਦਾਨੀ ਵੀ ਕੱਢ ਦਿੱਤੀ ਜਾਂਦੀ ਹੈ। ਮੈਂ ਸਭ ਕੁਝ ਦਰਜ ਕੀਤਾ ਸੀ ਅਤੇ ਮੇਰੇ ਕੋਲ ਸਬੂਤ ਵੀ ਹਨ। ਮੈਂ ਵਾਪਸ ਜਾ ਕੇ ਆਪਣੇ ਚੈਨਲ ਦੇ ਮਾਲਕ ਨੂੰ ਦੱਸਿਆ। ਉਸਨੇ ਮੇਰੇ ਕੋਲ ਉਹ ਸਾਰੇ ਸਬੂਤ ਲਏ ਅਤੇ ਮੈਨੂੰ ਕਿਹਾ ਕਿ ਉਹ ਮੌਕੇ 'ਤੇ ਹੀ ਸੱਚਾਈ ਸਾਰਿਆਂ ਦੇ ਸਾਹਮਣੇ ਲੈ ਕੇ ਆਵੇਗਾ। ਫਿਰ ਮੈਨੂੰ ਤੁਹਾਡੀ ਇੰਟਰਵਿਊ ਕਰਨੀ ਪਈ ਅਤੇ ਮੈਨੂੰ ਮਾਨਸਿਕ ਹਸਪਤਾਲ ਦੀ ਸਥਿਤੀ ਦਾ ਜਾਇਜ਼ਾ ਲੈਣ ਦਾ ਮੌਕਾ ਦਿੱਤਾ ਗਿਆ। ਜਿੱਥੇ ਤੁਸੀਂ ਪਹਿਲਾਂ ਕੰਮ ਕਰਦੇ ਸੀ ਮੈਂ ਉੱਥੇ ਵੀ ਭੇਸ ਬਦਲ ਕੇ ਰਹੀ ਸੀ, ਪਰ ਉੱਥੇ ਕੁਝ ਵੀ ਗਲਤ ਨਹੀਂ ਹੋ ਰਿਹਾ ਸੀ। ਉਸ ਸਮੇਂ ਮੈਂ ਤੁਹਾਨੂੰ ਇਸ ਜਗ੍ਹਾ ਬਾਰੇ ਵੀ ਦੱਸਣਾ ਚਾਹੁੰਦੀ ਸੀ ਕਿ ਮੈਂ ਤੁਹਾਡਾ ਨੰਬਰ ਇਸੇ ਲਈ ਲਿਆ ਹੈ। ਮੈਂ ਚੈਨਲ ਵਾਲਿਆਂ ਨੂੰ ਸਭ ਕੁਝ ਦੱਸ ਦਿੱਤਾ ਸੀ, ਪਰ ਇਹ ਕੀ ਹੈ, ਮੈਂ ਦੰਗ ਰਹਿ ਗਈ। ਮੈਨੂੰ ਕਿਹਾ ਗਿਆ ਸੀ ਕਿ ਮੈਂ ਤੁਹਾਡੇ ਵਿਰੁੱਧ ਪ੍ਰਦਰਸ਼ਨ ਕਰਾਂਗਾ, ਨਹੀਂ ਤਾਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਮੈਂ ਆਪਣੀ ਨੌਕਰੀ ਬਚਾਉਣ ਲਈ ਤੁਹਾਡੇ 'ਤੇ ਝੂਠੇ ਦੋਸ਼ ਲਾਏ। ਮੈਂ ਜੋ ਵੀ ਕੀਤਾ ਆਪਣੇ ਚੈਨਲ ਵਾਲਿਆਂ ਦੇ ਕਹਿਣ 'ਤੇ ਕੀਤਾ। ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੇ ਆਪਣੇ ਹੀ 1 ਜਾਂ 2 ਡਾਕਟਰਾਂ ਨੇ ਮੈਨੂੰ ਤੁਹਾਡੇ ਵਿਰੁੱਧ ਵਰਤਿਆ ਸੀ। ਜਦੋਂ ਮੈਂ ਚੈਨਲ ਵਾਲਿਆਂ ਨੂੰ ਧਮਕੀ ਦਿੱਤੀ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਜੋ ਕੁਝ ਇੱਥੇ ਹੋ ਰਿਹਾ ਸੀ, ਹੁਣ ਮੈਂ ਉਹ ਪੂਰੀ ਦੁਨੀਆ ਦੇ ਸਾਹਮਣੇ ਸੱਚ ਲਿਆਵਾਂਗੀ। ਫਿਰ ਉਹਨਾਂ ਨੇ ਮੈਨੂੰ ਫੜ ਲਿਆ ਅਤੇ ਬੰਨ੍ਹ ਦਿੱਤਾ। ਉਹ ਮੇਰੀ ਯਾਦ ਮਿਟਾਉਣ ਲਈ ਹਰ ਰੋਜ਼ ਮੈਨੂੰ ਬਿਜਲੀ 'ਤੇ ਝਟਕੇ ਦਿੰਦੇ ਸਨ। ਇੱਥੇ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ। ਮੇਰੇ ਪਤੀ ਪੈਸੇ ਦੇ ਲਾਲਚ ਕਾਰਨ ਮੈਨੂੰ ਇੱਥੇ ਛੱਡ ਕੇ ਚਲੇ ਗਏ। ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਤੁਹਾਡੇ ਵਰਗੇ ਡਾਕਟਰ ਇੱਥੇ ਮਿਲ ਗਈ ਜਿਸ ਨੇ ਮੈਨੂੰ ਪਹਿਲਾਂ ਵਾਂਗ ਪੂਰੀ ਤਰ੍ਹਾਂ ਠੀਕ ਕਰ ਦਿੱਤਾ। ਕਾਜਲ ਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸ ਨੂੰ ਕਿਹਾ ਕਿ ਇੰਨੀ ਦਿਨੀ ਮੈਂ ਡਾਕਟਰ ਸ਼ੁਕਲਾ ਦੇ ਪਿੱਛੇ ਆ। ਮੈਂ ਸੱਚ ਜਾਣਨਾ ਚਾਹੁੰਦੀ ਹਾਂ ਕਿ ਉਹ ਕੀ ਕਰਦਾ ਹੈ, ਪਰ ਤੁਸੀਂ ਮੇਰੀ ਦਲਚਿੱਤੀ ਨੂੰ ਹੱਲ ਕੀਤਾ। ਤੁਸੀਂ ਮੈਨੂੰ ਦੱਸਿਆ ਕਿ ਇੱਥੇ ਕੀ ਹੁੰਦਾ ਹੈ, ਪਰ ਹੁਣ ਇਹ ਪਤਾ ਨਹੀਂ ਕਿ ਬੱਚੇਦਾਨੀ ਨੂੰ ਹਟਾਉਣ ਤੋਂ ਬਾਅਦ ਉਹ ਕੀ ਕਰਦੇ ਹਨ। ਕਾਜਲ ਮੈਨੂੰ ਕਹਿਣ ਲੱਗੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਵੀ ਇਸ ਵਿੱਚ ਤੁਹਾਡੀ ਮਦਦ ਕਰ ਸਕਦੀ ਹਾਂ। ਮੈਂ ਕਿਹਾ ਤੁਸੀਂ ਕੀ ਕਰੋਗੇ? ਉਸਨੇ ਕਿਹਾ ਕਿ ਮੈਂ ਪਾਗਲ ਹਾਂ ਅਤੇ ਪਾਗਲ ਲੋਕ ਕੁਝ ਵੀ ਕਰ ਸਕਦੇ ਹਨ। ਮੈਂ ਡਾਕਟਰ ਸ਼ੁਕਲਾ ਦੇ ਮਗਰ ਜਾਵਾਂਗੀ, ਪਰ ਇਸ ਵਿੱਚ ਬਹੁਤ ਜੋਖਮ ਅਤੇ ਖਤਰਾ ਸੀ। ਮੈਂ ਕਾਜਲ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾ ਸਕਦੀ ਸੀ, ਕੁਝ ਵੀ ਹੋਵੇ, ਕਿਉਂਕਿ ਕਾਜਲ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ। ਹੁਣ ਮੈਂ ਅਜਿਹਾ ਕੁਝ ਨਹੀਂ ਚਾਹੁੰਦੀ ਸੀ। ਹੁਣ ਮੇਰੇ ਕੋਲ ਇੱਕ ਹੋਰ ਬਹੁਤ ਵਧੀਆ ਯੋਜਨਾ ਸੀ। ਉਸ ਪਲਾਨ ਅਨੁਸਾਰ ਅਸੀਂ ਸਾਰੀ ਸੱਚਾਈ ਜਾਣ ਸਕਦੇ ਸੀ। ਮੈਂ ਅਗਲੇ ਦਿਨ ਬਾਜ਼ਾਰ ਗਈ ਅਤੇ ਇੱਕ ਬਟਨ ਵਾਲਾ ਕੈਮਰਾ ਖਰੀਦਿਆ ਅਤੇ ਉਹ ਕੈਮਰਾ ਲਿਆ ਕੇ ਮੈਂ ਕਾਜਲ ਨੂੰ ਦੇ ਦਿੱਤਾ ਅਤੇ ਉਸ ਨੂੰ ਵਾਰਡ ਵਿੱਚ ਭੇਜ ਦਿੱਤਾ ਜਿੱਥੇ ਡਾਕਟਰ ਸ਼ੁਕਲਾ ਨੇ ਚੱਕਰ ਲਗਾਉਣ ਦੀ ਤਾਂ ਸੀ। ਕਾਜਲ ਬਹੁਤ ਸੋਹਣੀ ਅਤੇ ਜਵਾਨ ਕੁੜੀ ਸੀ।
ਮੈਨੂੰ ਪੂਰੀ ਉਮੀਦ ਸੀ ਕਿ ਉਹ ਕਾਜਲ ਵੱਲ ਜ਼ਰੂਰ ਧਿਆਨ ਦੇਵੇਗਾ। ਜਿਵੇਂ ਹੀ ਰਾਤ ਪਈ ਮੈਂ ਦੇਖਿਆ ਕਿ ਡਾਕਟਰ ਸ਼ੁਕਲਾ ਆਪਣੇ ਨਾਲ ਕਿਸੇ ਹੋਰ ਡਾਕਟਰ ਨੂੰ ਲੈ ਕੇ ਵਾਰਡ ਵਿੱਚ ਗਿਆ ਹੈ। ਕੁਝ ਸਮੇਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਕਾਜਲ ਉਸ ਦੇ ਨਾਲ ਸੀ। ਮੇਰਾ ਵਿਸ਼ਵਾਸ ਸੱਚ ਵਿੱਚ ਬਦਲ ਗਿਆ। ਹੁਣ ਮੈਨੂੰ ਅਗਲੀ ਕਾਰਵਾਈ ਕਰਨੀ ਪਈ। ਮੈਂ ਭੱਜ ਕੇ ਡਾਕਟਰ ਕੋਲ ਗਈ ਅਤੇ ਕਾਜਲ ਦਾ ਹੱਥ ਛੁਡਾ ਕੇ ਕਿਹਾ, ਤੁਸੀਂ ਜੋ ਵੀ ਕਰੋਗੇ ਤੁਸੀਂ ਆਪਣੇ ਮਰੀਜ਼ਾਂ ਨਾਲ ਕਰੋਗੇ। ਇਹ ਮੇਰਾ ਮਰੀਜ਼ ਹੈ, ਵਾਰਡ ਸ਼ੀਰੀ ਮਰੀਜ਼ ਹੈ। ਤੁਸੀਂ ਲੋਕ ਹੁਣ ਇਸ ਨੂੰ ਆਪਣਾ ਸ਼ਿਕਾਰ ਨਹੀਂ ਬਣਾ ਸਕਦੇ। ਜਦੋਂ ਮੈਂ ਇਸ ਤਰ੍ਹਾਂ ਬੋਲੀ ਤਾਂ ਡਾਕਟਰ ਸ਼ੁਕਲਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਦੋਵੇਂ ਉੱਥੋਂ ਖਾਲੀ ਹੱਥ ਚਲੇ ਗਏ। ਮੈਂ ਕਾਜਲ ਨੂੰ ਪੁੱਛਿਆ, ਕੰਮ ਹੋ ਗਿਆ? ਤਾਂ ਉਸਨੇ ਕਿਹਾ, ਹਾਂ ਹੋ ਗਿਆ। ਮੈਂ ਦੋਵਾਂ ਡਾਕਟਰਾਂ ਦੇ ਕੋਟਾਂ ਦੀਆਂ ਜੇਬਾਂ ਤੇ ਕਮਰੇ ਫਿੱਟ ਕਰਵਾ ਦਿੱਤੇ ਹੈ। ਮੈਂ ਕਾਜਲ ਨੂੰ ਵਧਾਈ ਦਿੱਤੀ। ਅਸੀਂ ਦੋਵੇਂ ਮੇਰੇ ਦਫ਼ਤਰ ਆ ਕੇ ਬੈਠ ਗਏ ਅਤੇ ਮੋਬਾਈਲ 'ਤੇ ਲਾਈਵ ਵੀਡੀਓ ਦੇਖਣ ਲੱਗੇ ਕਿ ਡਾਕਟਰ ਸ਼ੁਕਲਾ ਹੁਣ ਕੀ ਕਰ ਰਹੇ ਹਨ। ਜਿਵੇਂ ਹੀ ਡਾਕਟਰ ਸ਼ੁਕਲਾ ਆਪਣੀ ਲੈਬਾਰਟਰੀ ਵਿੱਚ ਦਾਖਲ ਹੋਏ, ਉਸਨੇ ਮੇਜ਼ 'ਤੇ ਹੱਥ ਮਾਰਿਆ ਅਤੇ ਦੂਜੇ ਡਾਕਟਰ ਨੂੰ ਕਿਹਾ ਕਿ ਉਹ ਡਾਕਟਰ ਇੰਨੇ ਦਿਨਾਂ ਤੋਂ ਸਾਡਾ ਰਸਤਾ ਰੋਕ ਰਹੀ ਹੈ। ਇਸ ਦਾ ਤਾਂ ਕੁਝ ਕਰਨਾ ਹੀ ਹੋਵੇਗਾ। ਇਸ ਤੋਂ ਪਹਿਲਾਂ ਕਿ ਉਹ ਸਾਡੀ ਅਸਲੀਅਤ ਤੱਕ ਪਹੁੰਚ ਜਾਣ। ਮੇਰੇ ਬਾਰੇ ਇਹ ਯੋਜਨਾ ਸੁਣ ਕੇ ਮੈਂ ਹੱਸ ਪਈ। ਉਹਨਾਂ ਨੂੰ ਮੇਰੇ ਬਾਰੇ ਕੋਈ ਪਤਾ ਨਹੀਂ ਸੀ। ਉਸ ਸਮੇਂ ਇੱਕ ਹੋਰ ਡਾਕਟਰ ਕਮਰੇ ਵਿੱਚ ਆਇਆ। ਉਸ ਦੇ ਨਾਲ ਇੱਕ ਬੇਹੋਸ਼ ਲੜਕੀ ਸੀ ਜਿਸ ਨੂੰ ਉਸਨੇ ਮੇਜ਼ 'ਤੇ ਬਿਠਾ ਦਿੱਤਾ। ਸ਼ਾਇਦ ਉਹ ਕੁੜੀ ਦੀ ਬੱਚੇਦਾਨੀ ਕੱਢਣ ਜਾ ਰਿਹਾ ਸੀ। ਮੈਂ ਉਸ ਕੁੜੀ ਨੂੰ ਬਚਾਉਣਾ ਚਾਹੁੰਦੀ ਸੀ, ਪਰ ਸਬੂਤ ਬਣਨ ਲਈ ਇਹ ਜ਼ਰੂਰੀ ਸੀ। ਮੈਂ ਚੁੱਪਚਾਪ ਇਸ ਰਿਕਾਰਡਿੰਗ ਨੂੰ ਹੋਣ ਦਿੰਦੀ। ਉਹਨਾਂ ਨੇ ਬੱਚੀ ਦੇ ਸਰੀਰ 'ਚੋਂ ਬੱਚੇਦਾਨੀ ਕੱਢ ਕੇ ਪਲਾਸਟਿਕ ਦੇ ਬੈਗ 'ਚ ਪਾ ਕੇ ਪੈਕ ਕਰ ਦਿੱਤਾ। ਇਸ ਤੋਂ ਬਾਅਦ ਉਹਦੇ ਸਰੀਰ 'ਤੇ ਟਾਂਕੇ ਲਗਾਏ ਗਏ ਅਤੇ ਲੜਕੀ ਨੂੰ ਉੱਥੋਂ ਭੇਜ ਦਿੱਤਾ ਗਿਆ। ਇਹ ਸਾਰਾ ਕੁਝ ਮੇਰੇ ਕੋਲ ਦਰਜ ਸੀ ਅਤੇ ਇਹ ਸਬੂਤ ਉਸ ਡਾਕਟਰ ਸ਼ੁਕਲਾ ਨੂੰ ਜੇਲ੍ਹ ਭੇਜਣ ਲਈ ਕਾਫੀ ਸਨ। ਇਹ ਸਬੂਤ ਪੁਲਿਸ ਨੂੰ ਦੇਣ ਦੀ ਬਜਾਏ ਮੈਂ ਸਾਰੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੇ। ਇਸ ਤੋਂ ਪਹਿਲਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਪੁਲਿਸ ਵੀ ਇਹਨਾਂ ਕੋਲ ਲੋਕਾਂ ਨਾਲ ਮਿਲੀ ਹੋਈ ਹੋਵੇਗੀ ਤਾਂ ਮੇਰੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਤਾਂ ਕੀ ਹੋਵੇਗਾ। ਇਸ ਲਈ ਮੈਂ ਸਾਰੇ ਸਬੂਤ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੇ। ਫਿਰ ਸਾਰੇ ਇੱਕ ਤੂਫਾਨ ਮੱਚ ਗਿਆ ਅਤੇ ਪੁਲਿਸ 'ਤੇ ਦਬਾਅ ਵਧ ਗਿਆ। ਅਖੀਰ ਪੁਲਿਸ ਨੂੰ ਇਹਨਾਂ ਸਾਰੇ ਡਾਕਟਰਾਂ ਨੂੰ ਗ੍ਰਿਫਤਾਰ ਕਰਨਾ ਪਿਆ। ਡਾਕਟਰ ਸ਼ੁਕਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਤਜਰਬੇ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਟਰਾਂਸਜੈਂਡਰ ਵਿਅਕਤੀ ਦੇ ਅੰਦਰ ਬੱਚੇਦਾਨੀ ਲਗਾ ਕੇ ਬੱਚਿਆਂ ਨੂੰ ਜਨਮ ਦੇਣ ਦੇ ਤਰੀਕਿਆਂ ਬਾਰੇ ਖੋਜ ਕਰ ਰਿਹਾ ਸੀ। ਉਸਨੇ ਕਈ ਟਰਾਂਸਜੈਂਡਰ ਕੁੜੀਆਂ ਦੇ ਬੱਚੇਦਾਨੀ ਨੂੰ ਹਟਾ ਦਿੱਤਾ ਸੀ ਅਤੇ ਨਕਲੀ ਜਨਮ ਦੀ ਵਿਧੀ ਨੂੰ ਸੁਧਰਨਾ ਚਾਹੁੰਦਾ ਸੀ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਮਾਂਝ ਸਨ ਜਾਂ ਕਿਸੇ ਕਾਰਨ ਆਪਣੇ ਬੱਚੇ ਗਵਾ ਬੈਠਦੀਆਂ ਸਨ, ਉਹ ਮੋਟੀ ਰਕਮ ਲੈ ਕੇ ਉਹਨਾਂ ਦਾ ਆਪਰੇਸ਼ਨ ਕਰਵਾ ਕੇ ਬੱਚੇਦਾਨੀ ਦਾ ਬੂਟਾ ਲਗਾਉਂਦੀਆਂ ਸਨ। ਮੈਂ ਅਜੇ ਵੀ ਉਹਨਾਂ ਸਾਰੀਆਂ ਗੱਲਾਂ ਦੀ ਖੋਜ ਕਰ ਰਹੀ ਸੀ। ਜਦੋਂ ਇਹ ਮੇਰੇ ਧਿਆਨ ਵਿੱਚ ਆਈਆਂ, ਮੈਂ ਉਸ ਦਾ ਪਿੱਛਾ ਕੀਤਾ ਅਤੇ ਸਾਰੀ ਕਹਾਣੀ ਜਾਣਨ ਲਈ ਉਸ ਨੂੰ ਫਸਾਇਆ। ਇਸ ਤੋਂ ਇਲਾਵਾ ਕਾਜਲ ਨੇ ਜੋ ਸਬੂਤ ਕੁਝ ਮਹੀਨੇ ਪਹਿਲਾਂ ਇਕੱਠੇ ਕੀਤੇ ਸਨ, ਉਹ ਵੀ ਇਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੇ ਸਨ। ਉਸਨੇ ਚੈਨਲ ਮਾਲਕਾਂ 'ਤੇ ਵੀ ਮੁਕੱਦਮਾ ਕੀਤਾ। ਕਾਜਲ ਨੇ ਵੀਡੀਓ 'ਚ ਬਿਆਨ ਦਿੱਤਾ, ਮੇਰੀ ਬੇਗੁਨਾਹੀ ਵੀ ਸਾਬਤ ਹੋ ਗਈ ਅਤੇ ਡਾਕਟਰ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਅਤੇ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਮੇਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਮੈਨੂੰ ਮੁੰਬਈ 'ਚ ਦੁਬਾਰਾ ਚਾਰਜ ਸੰਭਾਲਣ ਦਾ ਆਫਰ ਮਿਲਿਆ, ਪਰ ਹੁਣ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਸੀ। ਇੱਥੋਂ ਦਾ ਮਾਹੌਲ ਵਿਗੜਨ ਵਾਲਾ ਨਹੀਂ ਸੀ ਅਤੇ ਇਸ ਨੂੰ ਸੁਧਾਰਨ ਲਈ ਮੇਰੇ ਵਰਗੇ ਡਾਕਟਰ ਦੀ ਲੋੜ ਸੀ। ਮੈਂ ਇੱਥੇ ਬਹੁਤ ਲਗਨ ਅਤੇ ਮਿਹਨਤ ਨਾਲ ਕੰਮ ਕਰਦੀ ਸੀ। ਵੱਧ ਤੋਂ ਵੱਧ ਪਾਗਲ ਲੋਕਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਉਹ ਵੀ ਸਾਡੇ ਵਾਂਗ ਜ਼ਿੰਦਗੀ ਜੀ ਸਕਣ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ 'ਤੇ ਨਹੀਂ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਘੰਟੀ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਅਗਲੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।